ਅਜੇ ਲਿਸਨਿੰਗ ਜਾਂ ਫਿਲਅਪਸ ਕਰਨੀਆਂ ਨਹੀਂ ਹੁਣ ਆਪਾਂ ਐਂਡ ਦੈਨ ਮੈਂ ਰਜੇ ਸ਼ੋ ਕਰਦੀ ਹਾਂ ਸਕਰੀਨ। ਉਸ ਤੋਂ ਬਾਅਦ ਰਜੇ ਤੁਸੀਂ ਕੀ ਕਰਨਾ, ਤੁਸੀਂ ਸਿਰਫ ਮੈਨੂੰ ਆਨਸਰ ਸੈਂਡ ਕਰਨੇ ਨਹੀਂ, ਜੇ ਕੋਈ ਇਨ ਬਿਟਵੀਨ ਡਾਊਟ ਲੱਗਦਾ ਤਾਂ ਉਹ ਕਲੀਅਰ ਕਰਨਾ, ਠੀਕ ਹੈ। ਠੀਕ ਅਦਰਵਾਈਜ਼ ਰਜੇ ਹੁਣ ਮੈਂ ਨਾਮ ਨਹੀਂ ਮੈਂਸ਼ਨ ਕਰੂੰਗੀ, ਜਸਟ ਤੁਹਾਨੂੰ ਸਮਝਾਉਂਗੀ ਵੀ ਕਿਵੇਂ ਕਿਵੇਂ ਕਰਨਾ, ਠੀਕ ਹੈ। ਠੀਕ ਹੈ, ਹੁਣ ਦੇਖੋ ਰਜੇ ਲਿਸਨਿੰਗ ਜਾਂ ਫਿਲਿੰਗ ਦਾ ਬਲੈਂਕਸ ਆਪਾਂ ਸਟਾਰਟ ਕਰਦੇ ਹਾਂ। ਸਾਰੇ ਬੱਚਿਆਂ ਨੂੰ ਪਤਾ ਹੀ ਹੈ ਨਾ, ਪੀਟੀ ਕੋਡ ਦੇ ਵਿੱਚ ਵੀ ਲਿਸਨਿੰਗ ਦੇ ਵਿੱਚ ਫਿਲਿੰਗ ਦਾ ਬਲੈਂਕਸ ਦਾ ਪਾਰਟ ਹੁੰਦਾ ਜੀ। ਲਿਸਨਿੰਗ ਦਾ ਥਰਡ ਪਾਰਟ ਹੈ ਰਜੇ, ਇਹਦੇ ਵਿੱਚ ਮੇਨਲੀ ਆਪਾਂ ਨੂੰ ਕੀ ਦਿੱਕਤ ਆਉਂਦੀ ਹੈ ਜੀ, ਐਸ ਦਾ ਈਐਸ। ਐਸ ਦਾ ਈਐਸ ਵਰਡ ਰਜੇ ਆਪਾਂ ਨੂੰ ਸੁਣਦਾ ਨਹੀਂ ਹੁੰਦਾ ਹਨਾ। ਉਹ ਕਿਉਂ ਨਹੀਂ ਸੁਣਦਾ ਹੁੰਦਾ ਜੀ, ਕਿਉਂਕਿ ਰਜੇ ਆਪਾਂ ਪੜ੍ਹਦੇ ਨਹੀਂ ਤੇ ਆਪਣਾ ਫੋਕਸ ਨਹੀਂ ਹੁੰਦਾ, ਠੀਕ ਹੈ। ਇਹਦੇ ਵਿੱਚ ਰਜੇ ਕੀ ਆ, ਜਿਹੜੇ ਦਾ ਬਲੈਂਕਸ ਦਿੱਤੀਆਂ ਨੇ ਇਹਦੇ ਵਿੱਚ ਆਪਾਂ ਆਨਸਰ ਚੂਜ਼ ਕਰਨਾ ਦਾ ਜਿਹੜਾ ਸਪੀਕਰ ਦੁਆਰਾ ਬੋਲਿਆ ਜਾਂਦਾ, ਠੀਕ ਹੈ। ਹੁਣ ਇਹਦੇ ਵਿੱਚ ਰਜੇ ਸਾਰਾ ਪੈਰਾਗ੍ਰਾਫ ਐਜ਼ ਇਟ ਇਜ਼ ਹੀ ਸਪੀਕਰ ਦੁਆਰਾ ਬੋਲਿਆ ਜਾਊਗਾ। ਹੁਣ ਏ ਤੋਂ ਬਾਅਦ ਜਿਹੜਾ ਵਰਡ ਸਪੀਕਰ ਬੋਲੂਗਾ ਉਹ ਆਪਾਂ ਕੀ ਕਰਨਾ ਰਜੇ, ਫਿਲਅਪ ਦੇ ਵਿੱਚ ਫਿਲ ਕਰਨਾ, ਦੈਨ ਉਹ ਆਪਣਾ ਕੀ ਹੋਊਗਾ ਜੀ, ਆਨਸਰ। ਜੇ ਤਾਂ ਰਜੇ ਉਹ ਕਰੈਕਟ ਆਨਸਰ ਹੈ, ਤੁਹਾਡੇ ਸਪੈਲਿੰਗ ਸਹੀ ਨੇ, ਤੁਸੀਂ SES ਲਗਾਈ ਹੈ ਤਾਂ ਤੁਹਾਨੂੰ 1 ਨੰਬਰ ਮਿਲੂਗਾ, ਨਹੀਂ ਉਹਦਾ 1 ਨੰਬਰ ਨਹੀਂ ਮਿਲੂਗਾ ਰਜੇ, ਠੀਕ ਹੈ। ਸੋ ਮੇਨਲੀ ਫੋਕਸ ਤੁਹਾਡਾ ਕਿਹੜੀ ਚੀਜ਼ ਤੇ ਹੋਣਾ ਚਾਹੀਦਾ ਜੀ, ਤੁਹਾਡੇ ਆਨਸਰ ਤੇ। ਤੁਸੀਂ ਸਾਰਾ ਸੁਣਨ ਲੱਗ ਜਾਂਦੇ ਹੋ ਰਜੇ ਤਾਂ ਉਹ ਅੱਗੇ ਲੰਘ ਜਾਂਦੇ, ਬਸ ਤੁਸੀਂ ਉਹਦੇ ਸੁਣਨ ਦੇ ਵਿੱਚ ਹੀ ਧਿਆਨ ਰੱਖ ਦਿੰਦੇ ਹੋ, ਤਾਂ ਜਦੋਂ ਅੱਗੇ ਅੱਗੇ ਲੰਘੀ ਜਾਣਾ ਤਾਂ ਆਪਣੀਆਂ ਫਿਲਅਪਸ ਕੀ ਹੋਈ ਜਾਂਦੀਆਂ ਨੇ ਜੀ, ਸਕਿਪ ਹੋਈ ਜਾਂਦੀਆਂ। ਤਾਂ ਕੀ ਧਿਆਨ ਰੱਖਣਾ ਜੀ, ਫਿਲਅਪਸ ਤੋਂ ਪਹਿਲਾਂ ਪਹਿਲਾਂ ਧਿਆਨ ਰੱਖਣਾ ਵੀ ਕਿਹੜਾ ਵਰਡ ਹੈ। ਜਿਵੇਂ ਹੁਣ ਏ ਲੱਗਿਆ ਹੋਇਆ ਜੀ, ਸ਼ੇਕਸਪੀਅਰ ਰਿਮੇਨਸ ਆ, ਮਤਲਬ ਕੋਈ ਸਿੰਗੂਲਰ ਫਾਰਮ ਆਉਣੀ ਹੈ, ਕੋਈ ਨਾਰਮਲ ਚੀਜ਼ ਆਉਣੀ ਹੈ ਤਾਂ ਆਪਾਂ ਉਹ ਲਿਖ ਦਾਂਗੇ ਜੀ, ਠੀਕ ਹੈ। ਬਾਈ ਚਾਂਸ ਹੁਣ ਜਿਵੇਂ ਲੀਗਲ ਲਿਖਿਆ ਹੋਇਆ, ਲੀਗਲ ਐਂਡ ਡੈਸ਼ ਡਾਕੂਮੈਂਟ, ਹੁਣ ਐਸ ਲੱਗੀ ਹੋਈ ਹੈ ਜੀ, ਤਾਂ ਇੱਥੇ ਕੋਈ ਏਦਾਂ ਦੀ ਚੀਜ਼ ਆਊਗੀ ਨਾ, ਕੋਈ ਏਦਾਂ ਦਾ ਵਰਡ ਆਊਗਾ ਜਿਹੜਾ ਕਿ ਆਪਣਾ ਨਾਰਮਲ ਵਰਡ ਹੋ ਜਾਊਗਾ। ਜਦੋਂ ਆਪਣੇ ਕੋਲ ਜੇ ਮੈਨੀ ਡੈਸ਼, ਮੈਨੀ ਤੋਂ ਬਾਅਦ ਆਪਣੇ ਕੋਲ ਜਾਂ ਤਾਂ ਪਲੂਰਲ ਫਾਰਮ ਵੀ ਲੱਗ ਸਕਦੀ ਹੈ ਜਾਂ ਕਈ ਵਾਰ ਈਡੀ ਵਾਲੀ ਫਾਰਮ ਵੀ ਆ ਜਾਂਦੀ ਹੈ, ਤਾਂ ਉਹਦਾ ਚੀਜ਼ ਦਾ ਧਿਆਨ ਰੱਖਣਾ ਪਊ ਵੀ ਸਪੀਕਰ ਨੇ ਆਪਾਂ ਨੂੰ ਬੋਲਿਆ ਕੀ ਹੈ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ, ਫਿਰ ਇਹਨੂੰ ਲਿਖ ਕੇ ਦੇਖਦੇ ਹਾਂ ਵੀ ਕਿਹੜੇ ਕਿਹੜੇ ਆਪਣੇ ਆਨਸਰਸ ਨੇ, ਠੀਕ ਹੈ। ਲੈਟਸ ਸਟਾਰਟ ਰਜੇ। His fame and celebration, William Shakespeare remains a mysterious figure with regards to personal history. There are just two primary sources for information on the bard, his works, and various legal and church documents that have survived from Elizabethan times. Naturally, there are many gaps in this body of information, which tells us little about Shakespeare the man. ਹੁਣ ਦੇਖੋ ਫਸਟ ਦੇ ਵਿੱਚ ਉਹਨਾਂ ਨੇ ਬੋਲਿਆ ਸੀ ਮਿਸਟੀਰੀਅਸ, ਦੈਨ ਉਹਨਾਂ ਨੇ ਬੋਲਿਆ ਸੀ ਜੀ ਆਪਣੇ ਕੋਲੇ ਆਨਸਰ ਸੋਰਸਸ, ਮਤਲਬ ਆਪਣੇ ਕੋਲ ਕੀ ਆ ਗਿਆ ਜੀ, ਪਲੂਰਲ ਫਾਰਮ ਆ, ਪ੍ਰਾਇਮਰੀ ਸੋਰਸਸ, ਇੱਕ ਸੋਰਸ ਨਹੀਂ ਹੈਗਾ ਰਾਜੇ, ਜ਼ਿਆਦਾ ਸੋਰਸਸ ਨੇ। ਫਿਰ ਉਹਨਾਂ ਨੇ ਗੈਪ, ਲੀਗਲ ਦੇ ਨਾਲ ਕੀ ਸਿੰਗੂਲਰ ਫਾਰਮ ਹੀ ਬੋਲਿਆ, ਸਿੰਪਲ ਵਰਡ ਬੋਲਿਆ ਚਰਚ, ਠੀਕ ਹੈ ਜੀ। ਨੈਕਸਟ ਉਹਨਾਂ ਨੇ ਕੀ ਆਨਸਰ ਬੋਲਿਆ ਰਾਜੇ, ਗੈਪਸ, ਮੈਨੀ ਗੈਪਸ। ਹੁਣ ਇੱਥੇ ਦੇਖਿਆ ਸੀ ਜੀ ਆਪਾਂ ਪਲੂਰਲ ਫਾਰਮ, ਚੈੱਕ ਕਰਦੇ ਹਾਂ ਜੀ ਆਪਣੇ ਆਨਸਰ, ਥੀਸ ਆਰ ਦਾ ਰਾਈਟ ਆਨਸਰ। ਫਸਟ ਆਨਸਰ ਮਿਸਟੀਰੀਅਸ, ਦੈਨ ਸੋਰਸਸ, then church, then gaps। एक ही हो गए रजे अपने आंसर। ਏਦਾਂ ਰਜੇ ਆਪਾਂ ਨੂੰ ਫੁੱਲ ਸਕੋਰਿੰਗ ਮਿਲਦੀ ਆ। ਹੁਣ ਮੈਂ ਤੁਹਾਡੇ ਸਾਹਮਣੇ ਰਜੇ ਕੁਝ ਫਿਲਅਪਸ ਪਲੇ ਕਰਦੀ ਆ, ਠੀਕ ਹੈ ਜੀ, ਉਹ ਤੁਸੀਂ ਕੰਪਲੀਟ ਕਰੋਗੇ ਜੀ, ਦੈਨ ਆਪਾਂ ਰਜੇ ਆਨਸਰ ਚੈੱਕ ਕਰਾਂਗੇ ਨਾਲ ਨਾਲ, ਠੀਕ ਹੈ ਜੀ। ਦੇਖੋ ਰਜੇ ਹੁਣ ਪਹਿਲਾਂ ਅਬਜ਼ਰਵ ਕਰਿਆ ਕਰੋ ਵੀ ਫਿਲਅਪ ਦੇ ਵਿੱਚ ਕੀ ਚੀਜ਼ ਆ ਨਾ। ਯੂ ਮਾਈਟ ਤੋਂ ਬਾਅਦ ਆਪਣੇ ਕੋਲ ਏ ਤੋਂ ਬਾਅਦ ਕੋਈ ਚੋਇਸ ਹੈ, ਕੋਈ ਸਿੰਗਲ ਚੋਇਸ ਹੋ ਸਕਦੀ ਹੈ ਨਾ। ਵਰ ਤੋਂ ਬਾਅਦ ਆਪਣੇ ਕੋਲ ਮੋਸਟ ਆਫ ਦਾ ਟਾਈਮ ਜਿਆਦਾ ਥਰਡ ਫਾਰਮ ਲੱਗਦੀ ਹੁੰਦੀ ਹੈ ਰਜੇ, ਠੀਕ ਹੈ। ਵਰ ਤੋਂ ਬਾਅਦ ਜ਼ਿਆਦਾ ਚੀਜ਼ਾਂ ਨਿਕਲ, ਕੋਈ ਪਲੂਰਲ ਚੀਜ਼ ਆ ਗਈ ਜੀ, ਠੀਕ ਹੈ। ਫਿਰ ਉਸ ਤੋਂ ਬਾਅਦ ਕੀ ਆ ਗਿਆ ਰਜੇ ਆਪਣੇ ਕੋਲ, ਰੈਡ ਡੈਸ਼ ਐਂਡ ਰੈਡ ਡੈਸ਼ ਡ੍ਰੌਪਡ ਬਾਈ, ਕਿਹੜੀ ਚੀਜ਼ ਡ੍ਰੌਪ ਹੋ ਰਹੀ ਹੈ, ਕੋਈ ਚੀਜ਼ ਘਟ ਰਹੀ ਹੈ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਰਜੇ ਕੁੱਡ, ਕੁੱਡ ਤੋਂ ਬਾਅਦ ਆਪਣੇ ਕੋਲ ਕੀ ਲੱਗਦਾ ਜੀ, ਵਰਬ ਦੀ ਫਸਟ ਫਾਰਮ ਲੱਗਦੀ ਹੁੰਦੀ ਹੈ। ਦੈਨ ਓਬੇਸਿਟੀ ਡੈਸ਼, ਆਪਣਾ ਮੋਟਾਪਾ ਕਿਵੇਂ ਹੋ ਰਿਹਾ। ਸੋ ਪਲੇ ਕਰਦੇ ਹਾਂ ਜੀ, ਫਿਰ ਸਟਾਰਟ ਕਰਦੇ ਹਾਂ। You might not know how many calories were in that sandwich, but if you got lunch at the Massachusetts General Hospital cafeteria, you could tell with one glance whether you'd made a healthful choice. Offerings are color-coded. Simply posting calories does not always get consumers to make healthier choices, so researchers tried something different. Mass General's cafeteria food and beverage options were classified as least, somewhat, or most healthful with red, yellow, or green labels. Green is healthiest. Researchers then tracked some 4,600 employees. About 6 months after the changes were made, the purchases of red label foods decreased by more than 15%, and red beverages dropped by 39%. Green food and drink purchases increased, according to the study in the American Journal of Preventive Medicine.
Making healthy food choices easier could especially help the poor and undereducated, the very populations most affected by the obesity epidemic. Mass General employees from these groups made the biggest improvements. ਦੇਖੋ ਰਾਜੇ ਹੁਣ ਇਹਨਾਂ ਨੇ ਆਨਸਰਸ A ਤੋਂ ਬਾਅਦ ਆਪਣੇ ਕੋਲ ਸਿੰਪਲ ਆਨਸਰ ਬੋਲਿਆ ਤੇ ਤੁਹਾਡਾ ਆਨਸਰ ਵੀ ਰਾਜੇ ਤੁਹਾਡੀ ਫਿਲਅਪ ਦੇ ਵਿੱਚ ਹੀ ਪਿਆ ਉਹਨਾਂ ਨੇ ਬੋਲਿਆ ਕਿਹੜੀ ਚੋਇਸ ਬੋਲੀ ਸੀ ਜੀ ਹੈਲਥੀਅਰ ਚੋਇਸਸ ਠੀਕ ਹੈ ਆਨਸਰ ਕਿੱਥੇ ਪਿਆ ਜੀ ਆਪਣਾ ਮੇਕ ਹੈਲਥੀਅਰ ਚੋਇਸ ਆਨਸਰ ਮਿਲ ਗਿਆ ਜੀ ਹਨਾ ਜੇ ਬਾਈ ਚਾਂਸ ਆਪਾਂ ਨੂੰ ਡਾਊਟ ਲੱਗਦਾ ਨਾ ਆਪਾਂ ਨੂੰ ਸਪੈਲਿੰਗ ਨਹੀਂ ਆਉਂਦੇ ਜਾਂ ਆਪਣੇ ਤੋਂ ਸਪੈਲਿੰਗ ਕੁਝ ਮਿਸ ਹੋ ਗਿਆ ਤਾਂ ਉਹਦੇ ਵਿੱਚ ਆਨਸਰ ਹੈ ਜੇ ਕਈ ਵਾਰ ਆਪਣਾ ਆਨਸਰ ਵਿੱਚ ਹੀ ਹੁੰਦਾ ਬਸ ਥੋੜਾ ਜਿਹਾ ਫਾਈਂਡ ਕਰਨ ਦਾ ਆਪਾਂ ਨੂੰ ਤਰੀਕਾ ਆਉਣਾ ਚਾਹੀਦਾ ਹੈ ਠੀਕ ਹੈ ਜੀ ਹੁਣ ਵਰਡ ਤੋਂ ਬਾਅਦ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਵੀ ਜਾਂ ਤਾਂ ਥਰਡ ਫਾਰਮ ਲੱਗ ਜਾਂਦੀ ਹੈ ਜਾਂ ਪਲੂਰਲ ਫਾਰਮ ਦੈਨ ਉਹਨਾਂ ਨੇ ਥਰਡ ਫਾਰਮ ਬੋਲਿਓ ਜੀ ਕਲਾਸੀਫਾਈਡ ਮਤਲਬ ਉਹਦੇ ਨਾਲ ਕੀ ਲੱਗੂਗੀ ਜੀ ਈਡੀ ਲੱਗੂਗੀ ਦੈਨ ਕੀ ਬੋਲਿਆ ਜੀ ਆਪਾਂ ਨੂੰ ਰੈਡ ਡੈਸ਼ ਬੈਵਰੇਜਸ ਹੁਣ ਬੈਵਰੇਜਸ ਦੇ ਬਾਈ ਚਾਂਸ ਆਪਾਂ ਨੂੰ ਸਪੈਲਿੰਗ ਨਹੀਂ ਆਉਂਦੇ ਤਾਂ ਕਿੱਥੋਂ ਲਿਖ ਲਾਂਗੇ ਜੀ BEVERAGES ਬੈਵਰੇਜਸ ਇਹ ਕੀ ਹੋ ਗਿਆ ਜੀ ਆਪਣੇ ਆਨਸਰਸ ਹੋ ਗਏ ਹੈਨਾ ਫਿਰ ਫੋਰਥ ਦੇ ਵਿੱਚ ਕੀ ਬੋਲਿਆ ਜੀ ਈ ਸਪੈਸ਼ਲੀ ਫੂਡ ਤੋਂ ਬਾਅਦ ਈ ਸਪੈਸ਼ਲੀ ਦੈਨ ਫਿਫਥ ਕੀ ਬੋਲਿਆ ਜੀ ਐਪੀਡੈਮਿਕ ਠੀਕ ਹੈ ਜੀ ਆਨਸਰ ਚੈੱਕ ਕਰਦੇ ਹਾਂ ਜੀ ਹੁਣ ਆਪਾਂ ਸਾਰੇ ਬੱਚੇ ਰਜੇ ਆਪਣੇ ਆਨਸਰਸ ਚੈੱਕ ਕਰੋ First, healthful, healthier means रजे healthful, then classified, then beverages, specially, then epidemic. ਮੈਮ ਮੇਰਾ 5th ਗਲਤ ਸੀ ਇਹਦੇ ਮਤਲਬ ਕਿ ਮੈਨੂੰ ਸੁਣਿਆ ਤਾਂ ਸੀ ਇਹਦੇ ਸਪੈਲਿੰਗ ਨਹੀਂ ਸੀਗੇ ਮਤਲਬ ਕਿ ਸਹੀ ਮੇਰੇ ठीक है जी सो नेक्स्ट कर दिया जी स्टार्ट कर दिया रजे ध्यान नाल करें We sign our names to various documents all the time. Some signatures seal a legal contract. Others pledge us to an action. Now a study finds that when and where someone signs a document can influence the likelihood of them being honest or cheating. Scientists had people sign more than 1,300 auto insurance forms. One group signed at the top of the form, the other at the bottom. And those who signed at the top admitted to nearly 2,500 more miles of usage than those who signed at the bottom, which translated into about a $48 difference in annual premiums. According to the researchers, because the top signers put their names on the document before they were even tempted to fabricate information, they are less likely to act dishonestly. The study is in the Proceedings of the National Academy of Sciences. Many people routinely deceive themselves to rationalize dishonest behavior. The $345 billion gap between what people should be paying in U.S. taxes and what they claim isn't just due to chronic liars. It also depends on normally honest people stretching the truth. Perhaps having taxpayers sign their forms before filling them out would cut down on that stretching. करो रजे सेंड करने में हाँ जी रजे चेक कर दिया जी आंसर्स chronic फर्स्ट रजे आऊगा सिग्नेचर्स देन लाइक्लीहुड देन इंश्योरेंस देन फैब्रिकेट देन रैशनलाइज देन क्रॉनिक एंड स्ट्रेचिंग से था फोर्थ ਦੇ ਵਿੱਚ ਪ੍ਰੋਬਲਮ ਹੈ ਇਸ ਨੂੰ फैब्रिकेट okay rational ठीक है जी नेक्स्ट क्वेश्चन ਤੇ मूव ਕਰਦੇ ਹਾਂ ਜੀ ਦੇਖੋ ਰਾਜੇ ਨਾਰਮਲ ਚੀਜ਼ ਹੁੰਦੀ ਹੈ ਠੀਕ ਹੈ ਬਹੁਤ ਦੂਰ ਫਿਲਅਪਸ ਨੇ ਤਾਂ ਈਜ਼ੀਲੀ ਪਿਕ ਹੋ ਸਕਦੀਆਂ ਤਾਂ ਟਰਾਈ ਕਰਿਆ ਕਰੋ ਕੋਈ ਵੀ ਸਕਿਪ ਨਾ ਹੋਵੇ ਰਾਜੇ ਸਪੈਲਿੰਗ ਚ ਆਪਾਂ ਬਾਅਦ ਕਰਦੀ ਹੁੰਨੇ ਆ ਜੀ ਕਲਾਸ ਦੇ ਵਿੱਚ ਸੋ ਧਿਆਨ ਨਾਲ ਕਰਿਆ ਕਰੋ ਰਾਜੇ ਫਿਲਅਪਸ ਬਹੁਤ ਈਜ਼ੀ ਹੁੰਦੇ ਆ ਜੀ ਸੋ ਇਹ ਪੈਸਿਸ ਕਰਦੇ ਆ ਜੀ ਹੁਣ ਆਪਾਂ Homes into pack rat middens. Such hoarding was thought to be a type of obsessive compulsive disorder, also known as OCD. But in the most recent diagnostic manual of psychological disorders, hoarding is proposed to be a unique condition. It's now thought to be more about avoiding making decisions about possessions than a general obsession with them. In a recent study, scientists compared the brain activity of hoarders with that of those with OCD. While the subjects were deciding whether to keep or toss their own junk mail,
and the junk mail of others. Ownership did not affect the brain activity or choices of those with OCD, but the hoarders were different. Their decision-making brain circuit was quiet when contemplating others' mail, but became overactive for decisions about their own mail. Not surprisingly, hoarders kept significantly more of their own mail than the OCD group did. The study is in the Archives of General Psychiatry. Hoarders' self-ratings of indecisiveness correlated with the amount of activity in brain circuits related to exaggerated perception of the risk of a wrong decision. The researchers suggest that hoarding behavior has its own specific symptoms and should be treated differently than OCD. ਬਿਲਕੁਲ ਨਾਰਮਲ ਆਨਸਰ ਸੀਗੇ ਜੀ ਫਰਸਟ ਦੇ ਵਿੱਚ ਸਾਈਕੋਲੋਜੀਕਲ ਦੈਨ ਪੋਜੈਸ਼ਨਸ ਅਬਾਊਟ ਪੋਜੈਸ਼ਨਸ ਐਸ ਬੋਲੀ ਸੀ ਜੀ ਇਹਦੇ ਨਾਲ ਥਰਡ ਦੇ ਵਿੱਚ ਰਜੇ ਓਨਰਸ਼ਿਪ then significantly then correlated then perception perception ਠੀਕ ਹੈ ਜੀ ਹੁਣ ਆਪਾਂ ਚੈੱਕ ਕਰਦੇ ਹਾਂ ਜੀ ਆਪਣੇ ਆਨਸਰਸ ਬਿਲਕੁਲ ਸਹੀ ਨੇ ਜੀ ਫਰਸਟ ਸਾਈਕੋਲੋਜੀਕਲ then possessions then ownership then significantly then correlated then perception ਠੀਕ ਹੈ ਜੀ ਸੋ ਧਿਆਨ ਰੱਖਿਆ ਕਰੋ ਜੇ ਫਿਲ ਅਪ ਤੋਂ ਪਹਿਲਾਂ ਇੱਕ ਵਾਰ ਰੀਡ ਕਰ ਲਿਆ ਕਰੋ ਫਿਰ ਆਪਣੇ ਕਲੀਅਰ ਹੋ ਜਾਂਦੇ ਆ ਜੀ ਵੀ ਉੱਥੇ ਪਲੂਰਲ ਫਾਰਮ ਲੱਗੀ ਸੀ ਜਾਂ ਆਪਣੇ ਕੋਲ ਸਿੰਗੂਲਰ ਫਾਰਮ ਲੱਗਣੀ ਸੀ ਜੀ ਵੈਸੇ ਰਜੀ ਜਦ ਆਪਣੇ ਕੋਲ ਬਾਈ ਚਾਂਸ ਆਪਾਂ ਨੂੰ ਕਈ ਵਾਰ ਨਹੀਂ ਸੁਣਦੀ ਹਨਾ ਇਹ ਚੀਜ਼ ਤਾਂ ਹੈਡਫੋਨਸ ਨੂੰ ਇੱਕ ਸਾਈਡ ਤੋਂ ਪ੍ਰੈਸ ਕਰ ਸਕਦੇ ਹੋ ਤੁਸੀਂ ਜਿਹਦੇ ਨਾਲ ਰਜੇ ਤੁਹਾਨੂੰ ਜ਼ਿਆਦਾ ਸਮਝ ਆਊਗੀ ਤੇ ਮੇਨਲੀ ਇੱਕ ਚੀਜ਼ ਹੋਰ ਜਦੋਂ ਵੀ ਫਿਲਪਸ ਕਰਨੀਆਂ ਨੇ ਉਸ ਟਾਈਮ ਤੇ ਫੋਕਸ ਤੁਹਾਡਾ ਸਿਰਫ ਸਕਰੀਨ ਤੇ ਹੀ ਹੋਣਾ ਚਾਹੀਦਾ ਹੈ ਕਦੇ ਵੀ ਤੁਸੀਂ ਇਹ ਨਹੀਂ ਕਰਨਾ ਵੀ ਮੈਂ ਸਕਰੀਨ ਵੱਲ ਬਾਅਦ ਚ ਦੇਖ ਲੂੰ ਪਹਿਲਾਂ ਮੈਂ ਆਪਣੀ ਸਪੈਲਿੰਗ ਸਹੀ ਕਰਕੇ ਲਿਖਣਾ ਨਹੀਂ ਸਪੈਲਿੰਗ ਤੁਸੀਂ ਬਾਅਦ ਸਹੀ ਕਰਕੇ ਲਿਖਣੀ ਆ ਪਹਿਲਾਂ ਸਕਰੀਨ ਦੇ ਉੱਪਰ ਧਿਆਨ ਰੱਖ ਕੇ ਆਪਣੇ ਸਪੈਲਿੰਗਸ ਪਿਕ ਕਰਨੇ ਠੀਕ ਹੈ ਜੀ ਨੈਕਸਟ ਮੂਵ ਕਰਦੇ ਆ ਜੀ ਹੁਣ ਦੇਖੋ ਰਜੇ ਇਹਦੇ ਵਿੱਚ ਕੀ ਚੀਜ਼ ਆ ਸੀਕ੍ਰੇਟ ਆਇਡੈਂਟੀਜ਼ ਆਰ ਜਸਟ ਦ ਫॉर ਸੁਪਰ ਹੀਰੋਜ਼ ਐਨੀਮੋਰ ਠੀਕ ਹੈ ਰਿਸਰਚਰਸ ਹੈਵ ਫਾਊਂਡ ਦੈਟ ਅ ਡੈਸ਼ ਪ੍ਰੈਜ਼ੈਂਟ ਕਿਹੜੀ ਚੀਜ਼ ਰਿਸਰਚਰਸ ਨੇ ਜਿਹੜੇ ਫਾਊਂਡ ਕਰਦੇ ਨੇ ਪ੍ਰੈਜ਼ੈਂਟ ਦੇ ਵਿੱਚ ਉਸ ਤੋਂ ਬਾਅਦ ਰਿਪਸ ਡੈਸ਼ ਐਂਡ ਦ ਰੀਫੋਲਡਸ ਇਨਟੂ ਅ ਸ਼ੇਪ ਕਿਹੜੀ ਸ਼ੇਪ ਆਉਂਦੀ ਹੈ ਰਿਪਸ ਡੈਸ਼ ਦੈਨ ਡੀਐਨਏ ਲਿਖਿਆ ਜੀ ਸਟ੍ਰੈਚ ਆਫ ਡੀਐਨਏ ਤੋਂ ਬਾਅਦ ਇਟ ਡੈਸ਼ ਇਟ ਤੋਂ ਬਾਅਦ ਆਪਣਾ ਆਨਸਰ ਆਊਗਾ ਜੀ then its helical dash ਤੋਂ ਬਾਅਦ ਆਊਗਾ this time in dash ਉਸ ਤੋਂ ਬਾਅਦ proteins dash capable of ਇਹ ਜਿਹੜੇ ਵਰਡਸ ਨੇ ਰਜੇ ਤੁਹਾਡੇ ਮਾਈਂਡ ਦੇ ਵਿੱਚ ਹੋਣੇ ਚਾਹੀਦੇ ਨੇ ਜਦੋਂ ਹੀ ਸਪੀਕਰ ਇਹ ਵਰਡਸ ਨੂੰ ਬੋਲੂਗਾ then ਤੁਹਾਡਾ ਧਿਆਨ ਪ੍ਰੋਪਰ ਸਕਰੀਨ ਦੇ ਉੱਪਰ ਹੀ ਹੋਣਾ ਚਾਹੀਦਾ ਵੀ ਹਾਂਜੀ ਹੁਣ ਸਪੀਕਰ ਨੇ ਇਹ ਆਨਸਰ ਬੋਲਿਆ then ਮੈਂ ਇਹ ਆਨਸਰ ਕੀ ਕਰਨਾ ਰਾਈਟ ਕਰਨਾ ਕਾਪੀ ਦੇ ਉੱਪਰ ਸੋ ਆਪਾਂ ਸੁਣਦੇ ਹਾਂ ਜੀ ਫਿਰ ਆਨਸਰ ਦੇਖਦੇ ਹਾਂ ਕਿਹੜੇ ਕਿਹੜੇ ਆਨਸਰਸ ਨੇ Secret identities aren't just for superheroes anymore. Researchers have found that a protein present in ਫਸਟ ਲਾਈਨ ਦੇ ਵਿੱਚ ਵੀ ਸਟਾਰਟ ਕੀਤਾ ਰਾਜੇ ਥੋੜਾ ਜਿਹਾ ਫਾਸਟ ਹੈ ਆਡੀਓ ਠੀਕ ਹੈ ਸੋ ਧਿਆਨ ਨਾਲ ਸੁਣਿਓ secret identities aren't just for superheroes anymore. Researchers have found that a protein present in everything from amoebas to people is living a double life. Once it binds to DNA, the protein, called RFAH, rips apart and then refolds into a different shape to do a different job. RFAH is a transcription protein. Attached to or freed from a stretch of DNA, it determines if a gene is expressed or not. But once the protein has carried out its task, its helical structure unravels. Within seconds, it refolds into a barrel structure, which has a new role, this time in translation, where it helps the cell produce amino acids for new proteins. The study is in the journal Cell. The next step is to find out if the barrel can refold into the helix. After that, researchers want to see if proteins similar to RFAH, which are present in all life on Earth, are capable of comparable molecular contortion, which would mean a lot more bang for our protein buck. ਹੁਣ ਦੇਖੋ ਰਾਜੇ ਇਹਦੇ ਵਿੱਚ ਇੰਨੀ ਕੁ ਜ਼ਿਆਦਾ ਐਕਸੈਂਟ ਸੀਗਾ ਹਨਾ ਬਹੁਤ ਜ਼ਿਆਦਾ ਐਕਸੈਂਟ ਯੂਜ਼ ਕੀਤਾ ਹੋਇਆ ਸੀ ਅਮਰੀਕਨ ਬ੍ਰਿਟਿਸ਼ ਠੀਕ ਹੈ ਜੋ ਵੀ ਸੀ ਤਾਂ ਉਹਦੇ ਵਿੱਚ ਬੱਚਿਆਂ ਨੂੰ ਕਈ ਵਾਰ ਦਿੱਕਤ ਆ ਜਾਂਦੀ ਹੈ ਮੈਮ ਮੈਨੂੰ ਤਾਂ ਇੱਕੋ ਹੀ ਸਮਝ ਆਈ ਹੈ ਮੈਮ ਮੈਨੂੰ ਤਾਂ ਦੋ ਹੀ ਸਮਝ ਆਈਆਂ ਨੇ ਜੀ ਉਸ ਟਾਈਮ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਹਨਾ ਉਸ ਟਾਈਮ ਦੇ ਵਿੱਚ ਰਾਜੇ ਤੁਸੀਂ ਫਿਲਅਪ ਕਰ ਲਈ ਪਹਿਲਾਂ ਉਹਦੇ ਆਨਸਰਸ ਨਹੀਂ ਚੈੱਕ ਕਰਨੇ ਪਹਿਲਾਂ ਇੱਕ ਵਾਰ ਦੁਬਾਰਾ ਫਿਲਅਪ ਨੂੰ ਫੇਰ ਸੁਣੋ ਫਿਰ ਆਨਸਰ ਚੈੱਕ ਕਰਨੇ ਹੁਣ ਕੋਈ ਬੱਚਾ ਰਾਜੇ ਇੱਕ ਸਟੂਡੈਂਟ ਮੈਨੂੰ ਦੱਸ ਸਕਦਾ ਕਿਹੜੇ ਕਿਹੜੇ ਆਨਸਰ ਸੀਗੇ ਜੀ ਫਸਟ ਦੇ ਵਿੱਚ ਮੈਮ ਪ੍ਰੋਟੀਨ ਸੁਣਿਆ ਸੀ ਮੈਨੂੰ ਪ੍ਰੋਟੀਨ ਨੈਕਸਟ ਮੈਨੂੰ ਤਾਂ ਕੁਝ ਪਤਾ ਨਹੀਂ आर्ट वगैरह कुछ बोले सी मैम ने आर्ट ਅਪਾਰਟ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਮ ਜੀ ਪਤਾ ਨਹੀਂ टर्म के रिगार्डिंग कुछ बोले सी मैम ये भी नहीं समझ प्रॉपर नहीं से टर्म कुछ बोले सी
ਠੀਕ ਹੈ ਜੀ। ਹੁਣ ਇਹ ਇਹਨੂੰ ਆਪਾਂ ਕੀ structure- ਜੀ ਬਿਨਾਂ ਆਨਸਰ ਚੈੱਕ ਕੀਤੇ ਇਸੇ ਨੂੰ ਦੁਬਾਰਾ ਪਲੇ ਕਰ ਠੀਕ ਹੈ। ਓਕੇ ਧਿਆਨ ਨਾਲ ਜੇ ਫੋਕਸ ਰੱਖਿਓ। ਸੇਮ ਪੈਸੇਜ ਆਪਾਂ ਦੁਬਾਰਾ ਰਿਪੀਟ ਕਰਦੇ ਹਾਂ, ਫਿਰ ਆਪਾਂ ਆਨਸਰ ਚੈੱਕ ਕਰਾਂਗੇ ਵੀ ਕਿਹੜੇ ਕਿਹੜੇ ਆਨਸਰ ਸੀ ਜਿਹੜੇ ਉਹਨਾਂ ਨੇ ਬੋਲੇ ਸੀ, ਦੈਨ ਆਪਣੇ ਇੱਥੇ ਸਕਿਪ ਹੋਏ ਸੀ। ਠੀਕ ਹੈ ਜੀ, ਪ੍ਰੋਪਰ ਫੋਕਸ। Secret identities aren't just for superheroes anymore. Researchers have found that a protein present in everything from amoebas to people is living a double life. Once it binds to DNA, the protein, called RFAH, rips apart and then refolds into a different shape to do a different job. RFAH is a transcription protein. Attached to or freed from a stretch of DNA, it determines if a gene is expressed or not. But once the protein has carried out its task, its helical structure unravels. Within seconds, it refolds into a barrel structure, which has a new role, this time in translation, where it helps the cell produce amino acids for new proteins. The study is in the journal Cell. The next step is to find out if the barrel can refold into the helix. After that, researchers want to see if proteins similar to RFAH, which are present in all life on Earth, are capable of comparable molecular contortion, which would mean a lot more bang for our protein buck. ਹੁਣ ਦੇਖੋ ਜੀ, ਫਸਟ ਦੇ ਵਿੱਚ ਬੋਲਿਆ ਸੀ ਉਹਨਾਂ ਨੇ ਪ੍ਰੋਟੀਨ, ਦੈਨ ਸੈਕਿੰਡ ਬੋਲਿਆ ਸੀ ਜੀ ਅਪਾਰਟ, ਦੈਨ ਥਰਡ ਰਜੇ ਡੈਟਰਮਾਈਨਸ, ਠੀਕ ਹੈ, ਡਿਟਰਮਿਨਸ ਜਿਹਨੂੰ ਉਹ ਬੋਲ ਕੇ ਗਿਆ ਜੀ। ਫਿਰ ਉਸ ਤੋਂ ਬਾਅਦ ਕੀ ਬੋਲਿਆ ਰਜੇ ਉਹਨਾਂ ਨੇ ਸਟਰਕਚਰ, ਦੈਨ ਟ੍ਰਾਂਸਲੇਸ਼ਨ, ਦੈਨ ਸਿਮਿਲਰ, ਦੈਨ ਕੰਪੇਅਰੇਬਲ। ਕੰਪੇਅਰੇਬਲ ਰਜੇ ਲਾਸਟ ਵਾਲਾ ਉਹਨਾਂ ਨੇ ਬੋਲਿਆ ਕੰਪੇਅਰੇਬਲ। ਹੁਣ ਆਪਾਂ ਚੈੱਕ ਕਰਦੇ ਹਾਂ ਜੀ ਆਨਸਰਸ ਆਪਣੇ ਕਿੰਨੇ ਆਨਸਰ ਸਹੀ ਨੇ ਜੀ ਜਾਂ ਕਿੰਨੇ ਆਨਸਰਸ ਆਪਣੇ ਰੋਂਗ। ਬਿਲਕੁਲ ਸਹੀ ਨੇ ਜੀ ਆਪਣੇ ਸਾਰੇ ਆਨਸਰ। ਪ੍ਰੋਟੀਨ, ਅਪਾਰਟ, ਡੈਟਰਮਾਈਨਸ, ਸਟਰਕਚਰ, ਟ੍ਰਾਂਸਲੇਸ਼ਨ, ਸਿਮਿਲਰ ਐਂਡ ਕੰਪੇਅਰੇਬਲ। ਮੈਮ ਮੇਰੇ ਨਾਲ ਥੋੜੀ ਨੈਟਵਰਕ ਦੀ ਪ੍ਰੋਬਲਮ ਆ ਗਈ ਸੀ ਮੈਮ। ਠੀਕ ਹੈ ਰਜੇ, ਕੋਈ ਗੱਲ। ਹੁਣ ਦੇਖੋ ਜੀ, ਫਸਟ ਆਪਾਂ ਦੇਖਦੇ ਹਾਂ ਕੀ ਚੀਜ਼ ਆ। ਜਿਵੇਂ ਹੁਣ ਰਜੇ ਅਰਥ ਬਾਏ ਡੈਸ਼, ਬਾਏ ਤੋਂ ਬਾਅਦ ਆਪਾਂ ਨੂੰ ਕਈ ਵਾਰ ਕਲੀਅਰ ਹੁੰਦਾ ਹੈ ਨਾ, ਆਪਣੇ ਕੋਲ ਰੂਲ ਵੀ ਆ ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ ਲੱਗਦੀ ਹੁੰਦੀ ਹੈ। ਠੀਕ ਹੈ ਜੀ, ਆਪਾਂ ਉਹ ਯੂਜ਼ ਕਰ ਸਕਦੇ ਹਾਂ। ਜੇ ਬਾਈ ਚਾਂਸ ਉਹਨਾਂ ਨੇ ਆਈਐਨਜੀ ਨਾ ਬੋਲੀ ਦੈਨ ਉਹ ਆਪਾਂ ਨਹੀਂ ਯੂਜ਼ ਕਰਾਂਗੇ। ਕਈ ਵਾਰ ਆਪਾਂ ਆਪਣੀ ਗ੍ਰਾਮਰ ਰੂਲ ਯੂਜ਼ ਕਰਨ ਲੱਗ ਜਾਂਦੇ ਹਾਂ, ਨੋ ਦੈਟਸ ਨਾਟ ਰਾਈਟ। ਠੀਕ ਹੈ, ਫਿਰ ਉਸ ਤੋਂ ਬਾਅਦ ਜੇ ਆਈਸ ਡਜ਼ਨਟ ਡੈਸ਼ ਕੀਪ ਫਰੋਮ ਅ ਚੇਂਜਿੰਗ, ਕਿਹੜੀ ਚੀਜ਼ ਨਹੀਂ ਉਹ ਲੈਂਦੀ। ਠੀਕ ਹੈ, ਆਈਸ ਕਿਹੜੀ ਚੀਜ਼ ਨਹੀਂ ਲੈਂਦੀ ਚੇਂਜ ਹੋਣ ਲਈ, ਡਜ਼ਨਟ ਡੈਸ਼। what kind of dash molecules, ਕਿਹੜੇ ਟਾਈਪ ਦੇ molecules ਹੋਣਗੇ ਜੀ। ਠੀਕ ਹੈ, toward greater dash even in cold, ਕਿਹੜੀ ਚੀਜ਼ ਵੱਡੀ ਮਾਤਰਾ ਦੇ ਵਿੱਚ, ਕਿਹੜੀ ਚੀਜ਼ greater। ਫਿਰ can dash changes in icy hydrocarbons, ਕਿਹੜੇ changes ਹੋਣਗੇ ਜੀ। ਫਿਰ ਉਸ ਤੋਂ ਬਾਅਦ is the right to go, ਸਿਰਫ ਆਪਣਾ ਰਜੇ ਆਨਸਰ ਤੱਕ ਹੀ ਇਹਦੇ ਵਿੱਚ ਮਤਲਬ ਹੁੰਦਾ, ਆਪਾਂ ਸਿਰਫ ਆਨਸਰ ਹੀ ਫਾਈਂਡ ਕਰਨਾ ਹੁੰਦਾ। ਸਿਰਫ ਆਨਸਰ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਜਦੋਂ ਆਪਾਂ ਸਾਰਾ ਸੁਣਨ ਲੱਗ ਜਾਂਦੇ ਹਾਂ ਰਜੇ ਦੈਨ ਆਪਣੇ ਆਨਸਰਸ ਸਕਿਪ ਹੋਣ ਲੱਗ ਜਾਂਦੇ ਨੇ। ਸੋ ਆਪਾਂ ਆਨਸਰਸ ਨਹੀਂ ਸਕਿਪ ਕਰਨੇ, ਸਿਰਫ ਆਨਸਰ ਤੇ ਹੀ ਫੋਕਸ ਰੱਖਣਾ। ਠੀਕ ਹੈ ਜੀ, ਸੋ ਪਲੇ ਕਰਦੇ ਹਾਂ ਜੀ, ਹੁਣ ਧਿਆਨ ਨਾਲ ਕਰਿਓ। Icy objects such as comets may have helped start life on Earth by delivering water and carbon-based molecules to the young planet. Because putting something on ice doesn't necessarily keep it from changing. A new study finds that even in frigid, deep space environments, simple hydrocarbon molecules can react to become more complex ones. The process even works when temperatures drop to near absolute zero. But just what kind of organic molecules would exist on the icy bodies of a forming solar system? Researchers at the Jet Propulsion Laboratory in Pasadena, California, investigated how organic molecules might evolve toward greater complexity, even in the cold of interstellar space. The scientists found that ultraviolet light, which radiates from stars and galaxies, can induce rapid changes in icy hydrocarbon molecules cooled to 5 Kelvin. That's a frosty minus 451 degrees Fahrenheit. The chemical reactions resulted in molecules of more complexity, which is the right direction to go if you want to eventually make amino acids and biological molecules. The study appears in the Astrophysical Journal Letters. It just goes to show, if you really want to freeze something in place, you'd better encase it in carbonite. ਬਿਲਕੁਲ ਈਜ਼ੀ ਆਨਸਰ ਸੀਗੇ ਜੀ, ਬਿਲਕੁਲ ਨਾਰਮਲ ਸੀ। ਹੁਣ ਫਸਟ ਦੇ ਵਿੱਚ ਤੁਹਾਨੂੰ ਦੱਸਿਆ ਸੀ ਜੇ ਬਾਈ ਚਾਂਸ ਆਈਐਨਜੀ ਵਾਲਾ ਆ ਸਕਦਾ ਹੈ ਤਾਂ ਉੱਥੇ ਉਹਨਾਂ ਨੇ ਡਿਲੀਵਰਿੰਗ ਹੀ ਬੋਲਿਆ ਸੀ, ਆਈਐਨਜੀ ਫਾਰਮ ਹੀ ਬੋਲਿਆ। ਦੈਨ ਉਸ ਤੋਂ ਬਾਅਦ ਡਜ਼ਨਟ ਨੈਸੈਸਰਲੀ, ਕੋਈ ਜ਼ਰੂਰੀ ਨਹੀਂ ਸੀ। ਦੈਨ ਟੈਂਪਰੇਚਰਸ ਐਸ ਲੱਗੀ ਸੀ ਜੀ। ਫਿਰ ਉਹਨਾਂ ਨੇ ਬੋਲਿਆ ਆਰਗੈਨਿਕ, then complexity, then induce, then direction, then freeze. ਠੀਕ ਹੈ ਜੀ, ਮੈਨੂੰ ਰਿਡਿਊਸ ਸੁਣਿਆ ਮੈਂ ਰਿਡਿਊਸ। ਹਾਂਜੀ ਉੱਥੇ ਉਹਨਾਂ ਨੇ ਬੋਲਿਆ ਸੀ ਜੇ ਇੰਡਿਊਸ, ਕਿਹੜੀ ਚੀਜ਼ ਉਤੇ ਇੰਡਿਊਸ ਹੋ।
ਠੀਕ ਹੈ ਜੀ। ਸੋ ਨੈਕਸਟ ਮੂਵ ਕਰਦੇ ਹਾਂ ਜੀ ਲਾਸਟ ਪੈਸੇਜ ਦੇ ਉੱਪਰ। ਬਿਲਕੁਲ ਈਜ਼ੀ ਹੁੰਦੀਆਂ ਨੇ ਰਾਜੇ ਜੇ ਆਪਾਂ ਧਿਆਨ ਨਾਲ ਕਰੀਏ, ਠੀਕ ਹੈ ਜੀ। ਇਹਦੇ ਵਿੱਚ ਕੋਈ ਚੀਜ਼ ਔਖੀ ਨਹੀਂ ਹੁੰਦੀ, ਠੀਕ ਹੈ, ਬਿਲਕੁਲ ਈਜ਼ੀ ਸਪੈਲਿੰਗਸ ਹੁੰਦੇ ਨੇ। ਐਗਜ਼ਾਮ ਦੀ ਗੱਲ ਕਰੀਏ ਰਾਜੇ, ਐਗਜ਼ਾਮ 'ਚ ਵੀ ਬਹੁਤ ਈਜ਼ੀ ਸਪੈਲਿੰਗਸ ਆਉਂਦੇ ਨੇ, ਸਟੂਡੈਂਟ ਨੂੰ ਈਜ਼ੀਲੀ ਸਮਝ ਆ ਜਾਂਦਾ ਹੈ। ਬਸ ਥੋੜਾ ਫਾਸਟ ਹੁੰਦੇ ਨੇ ਤਾਂ ਕਹਿ ਦਿੰਦੇ ਨੇ ਮੈਮ ਮੇਰੀ ਤਾਂ ਸਕਿਪ ਹੋ ਗਿਆ ਜੀ, ਬਹੁਤ ਜ਼ਿਆਦਾ ਫਾਸਟ ਸੀ। ਫਾਸਟ ਨਹੀਂ ਰਾਜੇ, ਜੇ ਆਪਾਂ ਪ੍ਰੈਕਟਿਸ ਫਾਸਟ ਨਾਲ 1.2 ਦੀ ਸਪੀਡ ਤੇ ਕਰਾਂਗੇ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਜੀ। ਕਿੰਨਾ ਵਧੀਆ ਟੌਪਿਕ ਹੈ ਜੀ ਸਵੀਟ ਪੋਟੈਟੋਸ, ਠੀਕ ਹੈ ਜੀ। ਸਵੀਟ ਪੋਟੈਟੋਸ ਤੇ ਟੌਪਿਕ ਹੈ ਜੀ ਵਿਟਾਮਿਨ ਏ ਐਂਡ ਡੈਸ਼, ਕਿਹੜੀ ਚੀਜ਼ ਮਿਲਦੀ ਹੈ ਜੀ? ਜੋਲਟ ਆਫ ਡੈਸ਼, ਠੀਕ ਹੈ ਜੀ। ਦ ਡੈਸ਼ ਆਫ ਪਲੇਸਡ ਸਵੀਟ ਪੋਟੈਟੋਸ ਕਿਹੜੀ ਚੀਜ਼ ਹੈ? ਠੀਕ ਹੈ, ਬਿਲਕੁਲ ਈਜ਼ੀ ਟੌਪਿਕ ਹੋਊਗਾ ਜੀ, ਸੋ ਧਿਆਨ ਨਾਲ ਕਰਾਂਗੇ ਜੀ। Sweet potatoes contain fiber, vitamin A, and calcium. But the way that scientists think they can make them even more healthful is literally shocking. Researchers found that giving a jolt of electricity to sweet potatoes increased the level of antioxidants known as polyphenols by 60%. The investigators placed sweet potatoes in a solution of sodium chloride. They found that 0.2 amps of direct current gave the potatoes nearly 1.5 times more antioxidants than potatoes that weren't shocked. The research was presented at the national meeting of the American Chemical Society. It seems that the electric zap stressed the potatoes into producing more polyphenols as a protective mechanism, and the treatment did not sacrifice flavor. Previous research has shown that electrically supercharging white potatoes increases antioxidant levels, so perhaps it's only a matter of time before other fruits and vegetables get shock therapy too. ਬਿਲਕੁਲ ਈਜ਼ੀ ਆਨਸਰ ਸੀ ਰਾਜੇ, ਨਾਰਮਲ ਸੀ। ਫਰਸਟ ਕੈਲਸ਼ੀਅਮ ਬੋਲਿਆ ਸੀ ਉਹਨਾਂ ਨੇ, ਦੈਨ ਇਲੈਕਟ੍ਰਿਸਿਟੀ, ਇਨਵੈਸਟੀਗੇਟਰਸ ਐਸ ਲੱਗਣੀ ਸੀ ਜੀ, ਦੈਨ ਸਟ੍ਰੈਸ ਈਡੀ ਲੱਗਣੀ ਸੀ, ਦੈਨ ਮੈਕੈਨਿਜ਼ਮ, ਦੈਨ ਥੈਰੇਪੀ। ਚੈੱਕ ਕਰਦੇ ਹਾਂ ਜੀ ਆਪਾਂ ਆਨਸਰਸ। calcium, electricity, investigators, stress and mechanism and therapy. बिल्कुल easy सी जी, बिल्कुल simple सी। कोई डाउट रजे? बस मैम मेरी ईडी छुट गई स्ट्रेस। ਉਹੀ ਚੀਜ਼ ਹੈ ਰਾਜੇ, ਆਪਾਂ ਨੂੰ ਨਹੀਂ ਕਲੀਅਰ ਹੁੰਦਾ ਕਈ ਵਾਰ, ਸੋ ਧਿਆਨ ਨਾਲ ਕਰਿਆ ਕਰੋ ਜੀ। ਕੋਈ ਡਾਊਟ ਰਾਜੇ ਹੁਣ? नो मैम, बस मेरा लास्ट वाला थेरेपी वाला गलत सी, बाकी मैम सही सी। ਠੀਕ ਹੈ ਜੀ।